ਹਾਂਜੀ, ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਕੱਲ੍ਹ ਇੱਕ ਵੀਡੀਓ ਪੋਸਟ ਕੀਤੀ ਸੀਗੀ ਜਿਹਦੇ 'ਚ ਆਪਾਂ ਕੁਝ ਇੰਪੋਰਟੈਂਟ ਕੁਐਸਚਨਸ ਡਿਸਕਸ ਕੀਤੇ ਸੀਗੇ ਸਾਇੰਸ ਦੇ ਐਗਜ਼ਾਮ ਰਿਲੇਟਿਡ। ਅੱਜ ਆਪਾਂ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਆ ਜਿਹੜੇ ਉਹ ਡਿਸਕਸ ਕਰਾਂਗੇ। ਤਾਂ ਸਾਡਾ ਅੱਜ ਦਾ ਪਹਿਲਾ ਕੁਐਸਚਨ ਹੈ, ਆਕਸੀ ਸਾਹ ਕਿਰਿਆ ਅਤੇ ਅਣਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹੈ? ਆਕਸੀ ਸਾਹ ਕਿਰਿਆ ਤੋਂ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਇਹਦੇ 'ਚ ਆਕਸੀਜਨ ਲਈ ਜਾਊਗੀ, ਅਣਆਕਸੀ ਦੇ ਵਿੱਚ ਆਕਸੀਜਨ ਨਹੀਂ ਹੋਊਗੀ। ਆਕਸੀ 'ਚ ਪੂਰਾ ਅਪਘਟਨ ਹੁੰਦਾ, ਮਤਲਬ ਪੂਰੀ ਤਰ੍ਹਾਂ ਨਾਲ ਜਿਹੜਾ ਗਲੂਕੋਜ਼ ਹੈ ਉਹ ਟੁੱਟਦਾ, ਅਣਆਕਸੀ 'ਚ ਪੂਰੀ ਤਰ੍ਹਾਂ ਨਾਲ ਨਹੀਂ ਟੁੱਟ ਪਾਉਂਦਾ। ਉਸ ਤੋਂ ਬਾਅਦ ਜਿਹੜੀ ਆਕਸੀ ਸਾਹ ਕਿਰਿਆ 'ਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦੇ ਆ, ਅਣਆਕਸੀ ਦੇ ਵਿੱਚ ਕਾਰਬਨ ਡਾਈਆਕਸਾਈਡ ਤਾਂ ਬਣਦੀ ਹੈ, ਪਾਣੀ ਦੀ ਜਗ੍ਹਾ 'ਤੇ ਇਥੇਨੋਲ ਬਣਦਾ। ਇੱਕ ਹੋਰ ਹੁੰਦਾ ਜਿਹਦੇ 'ਚ ਅਸੀਂ ਲਿਮਿਟਿਡ ਜੀ ਆਕਸੀਜਨ ਯੂਜ਼ ਕਰਦੇ ਹਾਂ, ਤਾਂ ਉਹਦੇ 'ਚ ਨਾ ਕਾਰਬਨ ਡਾਈਆਕਸਾਈਡ ਬਣਦੀ ਹੈ ਨਾ ਇਥੇਨੋਲ ਬਣਦਾ, ਉਹ 'ਚ ਸਿਰਫ ਲੈਕਟਿਕ ਐਸਿਡ ਬਣਦਾ ਹੈ। ਲੈਕਟਿਕ ਐਸਿਡ ਦੇ ਨਾਲ ਥੋੜ੍ਹੀ ਜਿਹੀ ਊਰਜਾ। ਆਕਸੀ ਸਾਹ ਕਿਰਿਆ ਦੇ ਵਿੱਚ ਵੱਧ ਊਰਜਾ ਪੈਦਾ ਕੀਤੀ ਜਾਂਦੀ ਹੈ, ਜ਼ਿਆਦਾ ਆਕਸੀ ਸਾਹ ਕਿਰਿਆ ਹੀ ਵਰਤੀ ਜਾਂਦੀ ਹੈ। ਅਣਆਕਸੀ ਦੇ ਵਿੱਚ ਜਿਹੜੀ ਊਰਜਾ ਦੀ ਮਾਤਰਾ ਹੋਊਗੀ ਥੋੜ੍ਹੀ ਘੱਟ ਹੋਊਗੀ। ATP ਦੇ ਵਿੱਚ ਵੀ ਅਸੀਂ ਇਸ ਗਿਣਤੀ ਨੂੰ ਦੱਸ ਸਕਦੇ ਹਾਂ। ATP ਇੱਕ ਇਕਾਈ ਹੈ ਐਡੀਨੋਸਿਨ ਟ੍ਰਾਈਫਾਸਫੇਟ, ਜਿਹਦੇ 'ਚ ਅਸੀਂ ਊਰਜਾ ਸਾਡੇ ਸਰੀਰ 'ਚ ਬਣਨ ਵਾਲੀ ਊਰਜਾ ਨੂੰ ਮਾਪਦੇ ਹਾਂ। ਜਿਹੜੀ ਆਕਸੀ ਸਾਹ ਕਿਰਿਆ ਹੈ ਇਹ ਮਾਈਟੋਕੌਂਡਰੀਆ 'ਚ ਹੁੰਦੀ ਹੈ, ਪਰ ਅਣਆਕਸੀ ਸਾਹ ਕਿਰਿਆ ਜਿਹੜੀ ਇਹ ਯੀਸਟ ਸੈੱਲਾਂ ਦੇ ਵਿੱਚ ਹੁੰਦੀ ਹੈ। ਹੁਣ ਸਾਡਾ ਨੈਕਸਟ ਕੁਐਸਚਨ ਹੈ, ਰਸਾਇਣਿਕ ਗੁਣਾਂ ਅਤੇ ਭੌਤਿਕ ਗੁਣਾਂ ਦੇ ਆਧਾਰ 'ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ। ਤਾਂ ਧਾਤਾਂ ਆਕਸੀਜਨ ਨਾਲ ਕਿਰਿਆ ਕਰਾ ਕੇ ਖਾਰੀ ਆਕਸਾਈਡ ਬਣਾਉਂਦੀਆਂ ਹਨ, ਪਰ ਜਿਹੜੀਆਂ ਅਧਾਤਾਂ ਇਹ ਤੇਜ਼ਾਬੀ ਜਾਂ ਖਾਰੀ ਦੋਨੇ ਬਣਾ ਸਕਦੀਆਂ। ਧਾਤਾਂ ਹਮੇਸ਼ਾ ਪੋਜ਼ਿਟਿਵ ਚਾਰਜ ਹੁੰਦੀਆਂ, ਧਨ ਚਾਰਜਿਤ ਹੁੰਦੀਆਂ, ਕਿਉਂਕਿ ਇਹ ਇਲੈਕਟ੍ਰੋਨ ਨੂੰ ਬਾਹਰ ਕੱਢਦੀਆਂ, ਤਾਂ ਜਿਹੜਾ ਇਲੈਕਟ੍ਰੋਨ ਨੂੰ ਬਾਹਰ ਕੱਢੂਗਾ ਉਹ 'ਤੇ ਪਲੱਸ ਦਾ ਚਾਰਜ ਆਊਗਾ, ਧਨ ਚਾਰਜਿਤ ਹੋਊਗਾ। ਅਧਾਤਾਂ ਹਮੇਸ਼ਾ ਇਲੈਕਟ੍ਰੋਨ ਨੂੰ ਦੂਸਰਿਆਂ ਤੋਂ ਖਿੱਚਦੀਆਂ, ਬਹੁਤ ਜ਼ਿਆਦਾ ਇਲੈਕਟ੍ਰੋਨ ਲੈ ਲੈਂਦੀਆਂ ਜਿਹੜੀਆਂ ਧਾਤਾਂ, ਤਾਂ ਇਹ ਇਲੈਕਟ੍ਰੋਨਸ ਨੂੰ ਲੈਣਾ ਪਸੰਦ ਕਰਦੀਆਂ, ਤਾਂ ਕਰਕੇ ਇਹਨਾਂ ਦੇ ਉੱਤੇ ਮਾਈਨਸ ਚਾਰਜ ਆਉਂਦਾ ਹੈ, ਰਿਣ ਚਾਰਜ ਆਉਂਦਾ ਹੈ, ਰਿਣ ਚਾਰਜ ਵਾਲੇ ਇਹ ਆਇਨ ਬਣਾਉਂਦੇ ਆ। ਧਾਤਾਂ ਲਘੂ ਕਾਰਕ ਹੁੰਦੀਆਂ ਹਨ, ਖੁਦ ਤਾਂ ਧਾਤਾਂ ਆਕਸੀਕਰਨ ਕਰਦੀਆਂ, ਮਤਲਬ ਇਲੈਕਟ੍ਰੋਨਸ ਨੂੰ ਬਾਹਰ ਕੱਢਦੀਆਂ, ਪਰ ਕਿਸੇ ਦੂਜਿਆਂ ਦਾ ਲਘੂਕਰਨ ਕਰਵਾਉਂਦੀਆਂ, ਤਾਂ ਕਰਕੇ ਅਸੀਂ ਇਹਨਾਂ ਨੂੰ ਲਘੂ ਕਾਰਕ ਕਹਿੰਦੇ ਹਾਂ। ਉਵੇਂ ਅਧਾਤਾਂ ਇਹ ਖੁਦ ਤਾਂ ਲਘੂਕਰਨ ਕਰਦੀਆਂ ਪਰ ਦੂਜਿਆਂ ਦਾ ਆਕਸੀਕਰਨ ਕਰਾਉਂਦੀਆਂ, ਤਾਂ ਹੀ ਇਹਨੂੰ ਆਕਸੀ ਕਾਰਕ ਕਹਿੰਦੇ ਆ। ਭੌਤਿਕ ਗੁਣਾਂ ਦੇ ਆਧਾਰ 'ਤੇ ਕੀ ਹੈ, ਮਰਕਰੀ ਨੂੰ ਛੱਡ ਕੇ ਬਾਕੀ ਸਾਰੀਆਂ ਧਾਤਾਂ ਠੋਸ ਹਨ। ਅਧਾਤਾਂ ਜਿਹੜੀਆਂ ਇਹ ਦਰਵ ਅਤੇ ਗੈਸ ਰੂਪ ਵਿੱਚ ਮਿਲਦੀਆਂ। ਧਾਤਾਂ ਦੀ ਧਾਤਵੀ ਚਮਕ ਹੁੰਦੀ ਹੈ ਪਰ ਅਧਾਤਾਂ ਦੀ ਨਹੀਂ ਹੁੰਦੀ, ਪਰ ਸਾਡੇ ਕੋਲ ਕੁਝ ਲਿਮਿਟੇਸ਼ਨਸ ਹੈਗੀਆਂ। ਆਇਓਡੀਨ ਅਧਾਤ ਹੋ ਕੇ ਵੀ ਇਹਦੇ 'ਚ ਚਮਕ ਹੈ, ਪਰ ਇਹ ਸਾਰੇ ਜਿਹੜੇ ਗੁਣ ਹੈ ਇਹ ਅਸੀਂ ਮੇਨ ਜਿਹੜੀਆਂ ਕਿ ਜ਼ਿਆਦਾ ਧਾਤਾਂ ਫੋਲੋ ਕਰਦੀਆਂ ਉਹਨਾਂ ਨੂੰ ਹੀ ਲਿਖਦੇ ਹਾਂ। ਧਾਤਾਂ ਬਿਜਲੀ ਅਤੇ ਤਾਪ ਦੀਆਂ ਚਾਲਕ ਹੁੰਦੀਆਂ, ਇਹਨਾਂ 'ਚੋਂ ਗੁਜ਼ਰ ਸਕਦਾ, ਪਰ ਅਧਾਤਾਂ ਵਿੱਚੋਂ ਨਹੀਂ ਗੁਜ਼ਰਦਾ। ਨਾਲ ਦੀ ਨਾਲ ਗ੍ਰੇਫਾਈਟ ਕਾਰਬਨ ਤੋਂ ਬਣਿਆ ਹੁੰਦਾ ਗ੍ਰੇਫਾਈਟ, ਪਰ ਉਹਦੇ 'ਚੋਂ ਗੁਜ਼ਰ ਸਕਦਾ। ਧਾਤਾਂ ਕੁਟੀਨਯੋਗ ਖਿਚੀਣਯੋਗ ਹੁੰਦੀਆਂ, ਪਰ ਅਧਾਤਾਂ ਕੁਟੀਨਯੋਗ ਜਾਂ ਖਿਚੀਣਯੋਗ ਨਹੀਂ ਹੁੰਦੀਆਂ, ਕਿਉਂਕਿ ਇਹ ਧਾਤਾਂ ਜਿਹੜੀਆਂ ਬਹੁਤ ਨਰਮ ਹੁੰਦੀਆਂ, ਜ਼ਿਆਦਾਤਰ ਧਾਤਾਂ ਨਰਮ ਹੁੰਦੀਆਂ, ਇਸ ਲਈ ਉਹਨਾਂ ਦੇ ਉੱਤੇ ਇਹ ਮੈਲੇਬਿਲਿਟੀ ਆ ਡਕਟਿਲਿਟੀ ਵਾਲਾ ਕੋਈ ਵੀ ਜਿਹੜਾ ਇਫੈਕਟ ਆ ਉਹ ਨਹੀਂ ਲੱਗ ਸਕਦਾ। ਤਾਂ ਸਾਡਾ ਹੁਣ ਨੈਕਸਟ ਕੁਐਸਚਨ ਹੈ, ਫੁੱਲ ਦਾ ਅੰਕਿਤ ਕੀਤਾ ਹੋਇਆ ਚਿੱਤਰ ਤੇ ਇਹਦੇ ਭਾਗਾਂ ਦਾ ਵੇਰਵਾ ਦੱਸੋ। ਜਿਹੜਾ ਇਹ ਫਲਾਵਰ ਦਾ ਇੱਕ ਤਾਂ ਡਾਇਗਰਾਮ ਤੁਸੀਂ ਕਰਨਾ ਇੰਪੋਰਟੈਂਟ ਹੈ, ਇਹਦਾ ਵੇਰਵਾ ਮੈਂ ਤੁਹਾਨੂੰ ਇਨ ਸ਼ਾਰਟ ਦੱਸ ਦਿੰਦੀ ਹਾਂ ਕਿ ਕੀ ਕੁਛ ਹੈ ਇਹਦੇ 'ਚ। ਸਭ ਤੋਂ ਪਹਿਲਾਂ ਤਾਂ ਹਰੀਆਂ ਪੱਤੀਆਂ, ਰੰਗਦਾਰ ਪੱਤੀਆਂ, ਦੋ ਮੇਨ ਪਾਰਟ ਹੈ ਜਿਹੜੇ ਉਹ ਹੈਗੇ ਆ ਪੁੰਕੇਸਰ ਤੇ ਇਸਤਰੀ ਕੇਸਰ। ਪੁੰਕੇਸਰ ਦੇ ਦੋ ਹਿੱਸੇ ਆ, ਪਰਾਗਕੋਸ਼ ਤੇ ਫਿਲਾਮੈਂਟ। ਇਸਤਰੀ ਕੇਸਰ ਦੇ ਤਿੰਨ ਹਿੱਸੇ ਆ, ਸਟਿਗਮਾ, ਸਟਾਈਲ ਤੇ ਅੰਡਕੋਸ਼। ਜਿਹੜਾ ਪਰਾਗਕੋਸ਼ ਹੈ ਉਹਦੇ ਵਿੱਚੋਂ ਪਰਾਗ ਕਣ ਸਟਿਗਮਾ ਤੱਕ ਜਾਣਗੇ, ਠੀਕ ਹੈ। ਪਰਾਗ ਕਣ ਹੈ ਜਿਹੜੇ ਉਹ ਫਿਲਾਮੈਂਟ ਤੋਂ ਜਾਣਗੇ ਪਰਾਗਕੋਸ਼ 'ਚ, ਪਰਾਗਕੋਸ਼ ਤੋਂ ਜਾਣਗੇ ਸਟਿਗਮਾ 'ਚ, ਸਟਿਗਮਾ ਤੋਂ ਬਾਅਦ ਉਹ ਜਾਣਗੇ ਸਟਾਈਲ 'ਚ, ਉਸ ਤੋਂ ਬਾਅਦ ਜਾਣਗੇ ਅੰਡਕੋਸ਼ 'ਚ। ਤਾਂ ਉਸ ਅੰਡਕੋਸ਼ 'ਚ ਜਾ ਕੇ ਬੀਜ ਦਾ ਨਿਰਮਾਣ ਹੋਊਗਾ, ਜਿਸ ਤੋਂ ਅੱਗੇ ਜਿਹੜਾ ਫਲਾਵਰ ਹੈ ਉਹਦੀ ਫਰਟੀਲਾਈਜੇਸ਼ਨ ਹੁੰਦੀ ਰਹੂਗੀ ਅੱਗੇ, ਮਤਲਬ ਬੀ ਬਣਦੇ ਰਹਿਣਗੇ, ਜਿਹਦੇ ਤੋਂ ਨਵੇਂ ਫਲਾਵਰ ਹੈ ਜਿਹੜੇ ਉਹ ਅੱਗੇ ਬਣਦੇ ਰਹਿਣਗੇ। ਤਾਂ ਇਹ ਜਿਹੜਾ ਫਲਾਵਰ ਦਾ ਡਾਇਗਰਾਮ ਆ ਇਹ ਸਾਰੇ ਬੱਚੇ 2-3 ਵਾਰ ਟਰਾਈ ਕਰਕੇ ਦੇਖ ਲਓ, ਬਹੁਤ ਈਜ਼ੀ ਆ ਵੈਸੇ ਇਹ ਡਾਇਗਰਾਮ। ਤੇ ਇਹਦੇ ਜਿਹੜੇ ਪਾਰਟਸ ਆ ਮੇਨ ਇਹ ਦੋ ਪਾਰਟ ਹੀ ਹੈ ਇਹਦੇ, ਪੁੰਕੇਸਰ ਤੇ ਇਸਤਰੀ ਕੇਸਰ। ਇਹਦੇ ਬਾਰੇ 'ਚ ਅਸੀਂ ਡਿਟੇਲ 'ਚ ਦੇਣਾ। ਰੰਗਦਾਰ ਪੱਤੀਆਂ ਤੇ ਹਰੀਆਂ ਪੱਤੀਆਂ ਇਹਨਾਂ ਬਾਰੇ ਤਾਂ ਅਸੀਂ ਜਾਣੂ ਹੈ, ਪਹਿਲਾਂ ਤੋਂ ਹੀ ਸਾਨੂੰ ਪਤਾ ਹੈ ਕਿ ਕਿਵੇਂ ਜਿਹੜੇ ਪਰਾਗ ਕਣ ਹੈ ਉਹ ਮੂਵ ਕਰਦੇ ਆ। ਇੱਕ ਇਹਦੇ ਨਾਲ ਦਾ ਇੱਕ ਇਹਦੇ ਕਨਸੈਪਟ ਨਾਲ ਰਿਲੇਟਡ ਇੱਕ ਹੋਰ ਇੰਪੋਰਟੈਂਟ ਕੁਐਸਚਨ ਵੀ ਸੀਗਾ ਕਿ ਜਿਹੜਾ ਪਰਾਗ ਕਣ ਹੈਗੇ ਆ ਉਹ ਅਗਰ
ਉਸੇ ਫਲਾਵਰ ਦੇ ਸਟਿਗਮਾ 'ਤੇ ਜਾਣਗੇ ਤਾਂ ਉਹਨੂੰ ਅਸੀਂ ਕੀ ਬੋਲਾਂਗੇ, ਅਤੇ ਜੇ ਕਿਸੇ ਹੋਰ ਫਲਾਵਰ ਦੇ ਸਟਿਗਮਾ 'ਤੇ ਜਾਣਗੇ ਤਾਂ ਉਹਨੂੰ ਅਸੀਂ ਕੀ ਬੋਲਾਂਗੇ। ਇਹ ਕੁਐਸਚਨ ਤੁਹਾਡੇ ਲਈ ਹੈ, ਤੁਸੀਂ ਇਹਨੂੰ ਫਾਈਂਡ ਆਊਟ ਕਰੋ ਅਤੇ ਆਨਸਰਸ ਆ ਜਿਹੜੇ ਉਹ ਲਰਨ ਕਰੋ ਵੀ ਕਿੱਥੇ ਉਹ ਜੇ ਆਈ ਮੂਵਮੈਂਟ ਹੋਊਗੀ ਤਾਂ ਉਹਨਾਂ ਨੂੰ ਅਸੀਂ ਕੀ ਕਹਾਂਗੇ। ਹਾਂਜੀ, ਸਾਡਾ ਨੈਕਸਟ ਕੁਐਸਚਨ ਹੈ ਮਨੁੱਖੀ ਦਿਲ ਦਾ ਲੇਬਲ ਕੀਤਾ ਚਿੱਤਰ ਬਣਾਓ। ਤਾਂ ਇਹ ਥੋੜ੍ਹਾ ਜਿਹਾ ਟਫ ਲੱਗੂਗਾ, ਬਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕੁਛ ਟਰਾਈ ਕਰੋ, ਕੁਝ ਤਾਂ ਬਣਾ ਕੇ ਹੀ ਆਓ। ਤਾਂ ਇਹਦੇ ਅੰਦਰ ਜਿਹੜੇ ਐਰੋ ਹੈ ਇਹਦੇ 'ਚ ਅਸੀਂ ਕਨਫਿਊਜ਼ ਹੋ ਸਕਦੇ ਹਾਂ। ਇਹ ਤੁਹਾਨੂੰ ਪਹਿਲਾਂ ਵੀ ਸਾਰਿਆਂ ਨੂੰ ਸਮਝਾਇਆ ਹੋਇਆ ਹੈ ਕਿ ਜਿਹੜਾ ਬਲੱਡ ਹੈ ਦੋ ਹਿੱਸੇ ਹੈ ਸਾਡੇ, ਜਿਹੜੇ ਹਾਰਟ ਦੇ 4 ਚੈਂਬਰ ਹੈ ਮੇਨ, ਠੀਕ ਹੈ, ਸੱਜਾ ਆਰਿਕਲ, ਖੱਬਾ ਆਰਿਕਲ, ਸੱਜਾ ਵੈਂਟਰੀਕਲ, ਖੱਬਾ ਵੈਂਟਰੀਕਲ। ਤਾਂ ਇਹ 4 ਹਿੱਸਿਆਂ 'ਚੋਂ ਖੂਨ ਹੈ ਜਿਹੜਾ, ਬਲੱਡ ਹੈ ਜਿਹੜਾ, ਉਹ 2 ਵਾਰ ਜਾਂਦਾ, ਤਾਂ ਹੀ ਦੋਹਰਾ ਚੱਕਰ ਕਹਿੰਦੇ ਹਾਂ ਅਸੀਂ। ਮਨੁੱਖ ਦੇ ਵਿੱਚ ਦੋਹਰਾ ਚੱਕਰ ਹੁੰਦਾ ਹੈ ਬਲੱਡ ਦੇ ਸਰਕੂਲੇਸ਼ਨ ਦਾ, ਠੀਕ ਹੈ, ਡਬਲ ਸਰਕੂਲੇਸ਼ਨ ਹੁੰਦਾ ਹੈ। ਤਾਂ ਸਾਡੇ ਸਰੀਰ ਤੋਂ ਸੱਜੇ ਔਰੀਕਲ 'ਚ ਫਿਰ ਸੱਜੇ ਵੈਂਟਰੀਕਲ ਦੇ ਵਿੱਚ ਜਿਹੜਾ ਖੂਨ ਹੈ ਉਹ ਜਾਊਗਾ, ਕਿਉਂਕਿ ਸਾਡੇ ਸਰੀਰ ਦੇ ਵਿੱਚ ਕਾਰਬਨ ਡਾਈਆਕਸਾਈਡ ਹੈ, ਤਾਂ ਉਹ ਜਿਹੜਾ ਬਲੱਡ ਹੋਊਗਾ ਉਹ ਕਾਰਬਨ ਡਾਈਆਕਸਾਈਡ ਵਾਲਾ ਹੋਊਗਾ। ਉਹ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਹੈ ਜਿਹੜਾ ਉਹ ਸੱਜੇ ਪਾਸੇ ਤੋਂ ਜਾਂਦਾ ਹੋਇਆ ਗਾਂ ਫੇਫੜਿਆਂ ਤੱਕ ਚਲਾ ਜਾਊਗਾ, ਸੱਜੇ ਐਰੀਕਲ ਤੋਂ ਸੱਜੇ ਵੈਂਟਰੀਕਲ 'ਚ ਫਿਰ ਫੇਫੜਿਆਂ ਕੋਲ ਚਲਾ ਜਾਊਗਾ। ਅਤੇ ਫੇਫੜਿਆਂ ਦੇ ਵਿੱਚ ਰੈਸਪੀਰੇਸ਼ਨ ਦੇ ਕਰਕੇ ਕੁਝ ਜਿਹੜੀ ਆਕਸੀਜਨ ਪਹੁੰਚੀ ਹੋਈ ਆ ਉੱਥੇ, ਤਾਂ ਉੱਥੇ ਜਿਹੜੀ ਆਕਸੀਜਨ ਹੈ ਉਹ ਤਾਂ ਲੈ ਲੂਗਾ ਬਲੱਡ, ਅਤੇ ਕਾਰਬਨ ਡਾਈਆਕਸਾਈਡ ਬਲੱਡ ਵਾਲੀ ਜਿਹੜੀ ਉੱਥੇ ਹੀ ਛੱਡ ਆਊਗਾ। ਤਾਂ ਇਹਦੇ ਨਾਲ ਕੀ ਹੋਊਗਾ, ਜਿਹੜਾ ਸਾਡਾ ਆਕਸੀਜਨ ਰਹਿਤ ਬਲੱਡ ਸੀਗਾ, ਮਤਲਬ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਸੀਗਾ, ਕਾਰਬਨ ਡਾਈਆਕਸਾਈਡ ਉੱਥੇ ਹੀ ਰਹਿ ਗਈ, ਤਾਂ ਉਹਦੇ 'ਚ ਫੇਫੜਿਆਂ 'ਚ ਜਾ ਕੇ ਬਲੱਡ ਦੇ ਵਿੱਚ ਕੀ ਆ ਗਈ, ਆਕਸੀਜਨ ਆ ਗਈ। ਹੁਣ ਆਕਸੀਜਨ ਵਾਲਾ ਬਲੱਡ ਜਿਹੜਾ ਸਾਡੇ ਸਰੀਰ ਨੂੰ ਚਾਹੀਦਾ, ਪਹਿਲਾਂ ਉਹ ਫਿਰ ਹਾਰਟ ਕੋਲ ਜਾਊਗਾ, ਦਿਲ ਕੋਲ ਜਾਊਗਾ, ਅਤੇ ਉੱਥੇ ਫਿਰ ਖੱਬੇ ਪਾਸੇ ਦੀ ਜਾਊਗਾ, ਖੱਬੇ ਐਰੀਕਲ 'ਚ, ਫਿਰ ਖੱਬੇ ਵੈਂਟਰੀਕਲ 'ਚ, ਫਿਰ ਸਾਡੇ ਸਰੀਰ ਦੇ ਵਿੱਚ ਜਾਊਗਾ। ਤਾਂ ਇਹ ਦੋਹਰਾ ਚੱਕਰ ਹੈ ਜਿਹੜਾ ਇਹ ਲਗਾਤਾਰ ਚੱਲਦਾ ਰਹਿੰਦਾ। 1 ਮਿੰਟ 'ਚ ਨੋਰਮਲੀ 72 ਵਾਰ ਹੁੰਦਾ ਇਹ ਸਾਰਾ ਜਿਹੜਾ ਦੋਹਰਾ ਚੱਕਰ ਹੈ। ਇਹਦੇ ਕਰਕੇ ਹੀ ਜਿਹੜਾ ਮਨੁੱਖ ਹੈ ਉਹ ਸਾਹ ਲੈ ਪਾਉਂਦਾ। ਤਾਂ ਇਹਨੂੰ ਅਸੀਂ ਡਬਲ ਸਰਕੂਲੇਸ਼ਨ ਦਾ ਨਾਮ ਵੀ ਦਿੰਦੇ ਹਾਂ। ਜਿਹੜੇ ਐਰੋ ਹੈ ਇਹ ਬੜੇ ਧਿਆਨ ਨਾਲ ਤੁਸੀਂ ਲਗਾਉਣੇ ਆ। ਇਹ ਦੇਖਣਾ ਕਿ ਜਿਹੜਾ ਬਲੱਡ ਹੈ ਉਹਨੇ ਕਿਵੇਂ ਜਾਣਾ, ਪਹਿਲਾਂ ਸੱਜੇ ਪਾਸੇ ਤੋਂ ਫੇਫੜਿਆਂ ਤੱਕ, ਫਿਰ ਫੇਫੜਿਆਂ ਤੋਂ ਆਕਸੀਜਨ ਵਾਲਾ ਬਲੱਡ ਆ ਕੇ ਖੱਬੇ ਪਾਸੇ ਦੇ ਵਿੱਚ ਐਂਟਰ ਕਰ ਜੂਗਾ, ਉਸ ਤੋਂ ਬਾਅਦ ਸਾਡੇ ਸਰੀਰ 'ਚ ਚਲਾ ਜਾਊਗਾ। ਹਾਂਜੀ, ਸਾਡਾ ਨੈਕਸਟ ਕੁਐਸਚਨ ਹੈ ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰੋਨੀ ਬਿੰਦੂ ਰਚਨਾ ਲਿਖੋ। ਇਹਦੇ ਤੋਂ ਪਹਿਲਾਂ ਸਾਨੂੰ ਇਹਨਾਂ ਦੇ ਜਿਹੜੇ ਅਟੋਮਿਕ ਨੰਬਰ ਹੈ, ਪਰਮਾਣੂ ਅੰਕ ਹੈ, ਉਹਨਾਂ ਦਾ ਪਤਾ ਹੋਵੇ। ਸੋਡੀਅਮ ਦਾ ਕਿੰਨਾ ਹੁੰਦਾ 11, ਆਕਸੀਜਨ ਦਾ 8 ਅਤੇ ਮੈਗਨੀਸ਼ੀਅਮ ਦਾ ਹੁੰਦਾ 12। ਉਸ ਤੋਂ ਬਾਅਦ ਜਿਹੜੀ KLMN ਜਿਹਦੇ 'ਚ ਇਲੈਕਟ੍ਰੋਨੀ ਵੰਡ ਜਿਹਨੂੰ ਅਸੀਂ ਕਹਿੰਦੇ ਹਾਂ, ਤਾਂ ਉਹਦੇ ਅਕੋਰਡਿੰਗ ਦੇਖੋ ਸਾਡੇ ਜਿਹੜੇ ਸੰਯੋਜਕ ਇਲੈਕਟ੍ਰੋਨ ਹੈ ਉਹ ਕਿੰਨੇ ਬਚਦੇ ਆ। ਸੋਡੀਅਮ ਦੇ ਵਿੱਚ ਹੋਊਗਾ 2 8 1, ਤਾਂ ਸੰਯੋਜਕ ਇਲੈਕਟ੍ਰੋਨ ਕਿੰਨੇ ਆ 1, ਤਾਂ ਆਪਾਂ ਇਹਦੇ 'ਚ 1 ਬਿੰਦੀ ਲਗਾ ਦਾਂਗੇ, ਇਹਨੂੰ ਲਿਊਇਸ ਸਟਰਕਚਰ ਵੀ ਕਹਿੰਦੇ ਆ, 1 ਬਿੰਦੀ ਲਗਾ ਦਾਂਗੇ ਸੋਡੀਅਮ 'ਤੇ। ਉਸ ਤੋਂ ਬਾਅਦ ਦੇਖਾਂਗੇ ਆਕਸੀਜਨ 'ਚ 8 ਹੁੰਦਾ ਨੇ, ਤਾਂ ਇਹ ਆ ਜਾਊਗਾ 2 6, ਕਿੰਨੇ ਸੰਯੋਜਕ ਇਲੈਕਟ੍ਰੋਨ ਹੋ ਗਏ 6, ਤਾਂ 6 ਬਿੰਦੀਆਂ ਲਗਾ ਦਾਂਗੇ। ਉਸ ਤੋਂ ਬਾਅਦ ਆ ਗਿਆ ਆਪਣਾ ਮੈਗਨੀਸ਼ੀਅਮ, ਤਾਂ ਮੈਗਨੀਸ਼ੀਅਮ ਦਾ ਹੁੰਦਾ 12, ਇਹਦਾ ਬਣ ਜੂਗਾ 2 8 2, ਤਾਂ 2 8 2, ਤਾਂ ਮਤਲਬ ਇਹਦੇ 'ਚ ਜਿਹੜੇ 2 ਇਲੈਕਟ੍ਰੋਨ ਹੈ ਉਹ ਬਿੰਦੀਆਂ ਲਗਾ ਦਾਂਗੇ, ਉਹ ਸਾਡੇ ਸੰਯੋਜਕ ਇਲੈਕਟ੍ਰੋਨ ਹੈ। ਸਾਨੂੰ ਸੰਯੋਜਕ ਇਲੈਕਟ੍ਰੋਨ, ਪਰਮਾਣੂ ਅੰਕ, ਸੰਯੋਜਕਤਾ, ਇਹਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹਦੇ ਰਿਲੇਟਿਡ ਕੋਈ ਵੀ ਹੋਰ ਕੁਐਸਚਨ ਵੀ ਬਣ ਸਕਦਾ ਹੈ। ਹਾਂਜੀ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਐਂਫੋਟੈਰਿਕ ਆਕਸਾਈਡ ਕੀ ਹੁੰਦੇ ਹਨ? ਐਂਫੋਟੈਰਿਕ ਆਕਸਾਈਡਾਂ ਦੇ 2 ਉਦਾਹਰਨ ਦਿਓ। ਜਿਵੇਂ ਕਿ ਹੁਣੇ ਅਸੀਂ ਦੇਖਿਆ ਕਿ ਧਾਤਾਂ ਕਿਹੜੇ ਤਰ੍ਹਾਂ ਦੇ ਆਕਸਾਈਡ ਬਣਾਉਂਦੀਆਂ, ਅਧਾਤਾਂ ਕਿਹੜੇ ਆਕਸਾਈਡ ਬਣਾਉਂਦੀਆਂ। ਉਹਦੇ 'ਚ ਦੱਸਿਆ ਸੀ ਨਾ ਕਿ ਜਿਹੜੀਆਂ ਧਾਤਾਂ ਹੈ ਉਹ ਸਿਰਫ ਖਾਰੀ ਆਕਸਾਈਡ ਹੀ ਬਣਾਉਂਦੀਆਂ, ਪਰ ਕੁਝ ਧਾਤਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਤੇਜ਼ਾਬੀ ਅਤੇ ਖਾਰੀ ਦੋਨੋਂ ਗੁਣ ਰੱਖਦੀਆਂ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਐਂਫੋਟੈਰਿਕ ਆਕਸਾਈਡ। ਉਦਾਹਰਨ ਇਹਦਾ ਹੈਗਾ ਜ਼ਿੰਕ ਆਕਸਾਈਡ, ਐਲੂਮੀਨੀਅਮ ਆਕਸਾਈਡ, ਮਤਲਬ ਜਿਹੜੀਆਂ ਦੋਵੇਂ ਗੁਣ ਰੱਖਦੀਆਂ, ਜਿਹੜੀਆਂ ਤੇਜ਼ਾਬਾਂ ਨਾਲ, ਜਿਵੇਂ ਹੁਣ ਤੇਜ਼ਾਬੀ ਹੈ ਅਤੇ ਖਾਰੀ ਹੈ, ਦੋਵੇਂ ਗੁਣ ਰੱਖਣ ਦਾ ਕੀ ਮਤਲਬ ਹੈ ਕਿ ਇਹ, ਜਿਵੇਂ ਆਪਾਂ ਕਹਿੰਦੇ ਹਾਂ ਤੇਜ਼ਾਬ ਕੀ ਕਰਦਾ, ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ, ਅਤੇ ਖਾਰ ਕੀ ਕਰਦਾ, ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ। ਤਾਂ ਇੱਕ ਜਿਹੜਾ ਜ਼ਿੰਕ ਆਕਸਾਈਡ ਹੈ ਇਹਦੇ 'ਚ ਦੋਨੇ ਲਿਟਮਸ ਹੀ ਤੁਸੀਂ ਅਲੱਗ-ਅਲੱਗ ਕਰਕੇ ਦੇਖ ਲਿਓ, ਲਾਲ ਨੂੰ ਡੁਬੋਗੇ ਤਾਂ ਉਹ ਨੀਲਾ ਬਣ ਜਾਊਗਾ, ਨੀਲੇ ਨੂੰ ਡੁਬੋਗੇ ਤਾਂ ਉਹ ਲਾਲ ਬਣ ਜਾਊਗਾ। ਮਤਲਬ ਇਹ ਇਹੋ ਜਿਹੇ ਆਕਸਾਈਡ ਆ ਧਾਤਾਂ ਦੇ ਜਿਹੜੇ ਕਿ ਦੋਨੋਂ ਗੁਣ ਰੱਖਦੇ ਆ। ਹੁਣ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ, ਸੋਡੀਅਮ ਅਤੇ ਪੋਟਾਸ਼ੀਅਮ
ਨੂੰ ਤੇਲ ਵਿੱਚ ਸਟੋਰ ਕਿਉਂ ਕੀਤਾ ਜਾਂਦਾ? ਹਾਂ, ਨਾਲ ਲਿਥੀਅਮ ਵੀ ਹੈ। ਤਾਂ ਇਹ ਬਹੁਤ ਜ਼ਿਆਦਾ ਕਿਰਿਆਸ਼ੀਲ ਤੱਤ ਹੈ। ਜੇ ਹਵਾ ਜਾਂ ਨਮੀ ਦੇ ਵਿੱਚ, ਪਾਣੀ ਦੇ ਵਿੱਚ ਇਹ ਰਹਿੰਦੇ ਆ ਤਾਂ ਉਹਦੇ 'ਚ ਸੰਪਰਕ 'ਚ ਆ ਕੇ ਹਾਈਡਰੋਜਨ ਗੈਸ ਬਣ ਜਾਂਦੀ ਹੈ। ਜਦੋਂ ਹਾਈਡਰੋਜਨ ਗੈਸ ਬਣ ਜੂਗੀ ਤਾਂ ਇਹ ਬੜੀ ਛੇਤੀ ਅੱਗ ਨੂੰ ਵੀ ਫੜ ਲੈਂਦੀਆਂ। ਤਾਂ ਇਹਨਾਂ ਨੂੰ ਕੇਰੋਸਿਨ 'ਚ ਡੁਬੋ ਕੇ ਰੱਖਿਆ ਜਾਂਦਾ, ਤੇ ਮਿੱਟੀ ਦੇ ਤੇਲ ਜਾਂ ਕੇਰੋਸਿਨ 'ਚ, ਤਾਂ ਕਿ ਇਹ ਪਾਣੀ ਦੇ ਸੰਪਰਕ 'ਚ ਜਲਦੀ ਜਲਦੀ ਨਾ ਆਉਣ। ਉਸ ਤੋਂ ਬਾਅਦ ਐਲੂਮੀਨੀਅਮ ਇੱਕ ਬਹੁਤ ਕਿਰਿਆਸ਼ੀਲ ਧਾਤ ਹੈ। ਫਿਰ ਵੀ ਇਹਦਾ ਜਿਹੜਾ ਵਰਤੋਂ ਹੈ ਉਹ ਖਾਣਾ ਬਣਾਉਣ ਵਾਲੇ ਬਰਤਨਾਂ ਲਈ ਵਰਤੀ ਜਾਂਦੀ ਹੈ, ਕਿਉਂਕਿ ਜਦੋਂ ਐਲੂਮੀਨੀਅਮ ਹਵਾ ਨਾਲ ਕਿਰਿਆ ਕਰਦਾ ਨਾ ਤਾਂ ਇਹਦੇ 'ਤੇ ਐਲੂਮੀਨੀਅਮ ਆਕਸਾਈਡ ਦੀ ਇੱਕ ਪਰਤ ਚੜ੍ਹ ਜਾਂਦੀ ਹੈ, ਅਤੇ ਇਹ ਪਰਤ ਜਿਹੜੀ ਹੈ ਇਹ ਅਕਿਰਿਆਸ਼ੀਲ ਹੈ। ਐਲੂਮੀਨੀਅਮ ਤਾਂ ਬਹੁਤ ਕਿਰਿਆਸ਼ੀਲ ਹੈ, ਪਰ ਜਿਹੜੀ ਹੁਣ ਪਰਤ ਬਣ ਗਈ ਉਹ ਅਕਿਰਿਆਸ਼ੀਲ ਹੈ। ਤਾਂ ਹੁਣ ਇਹ ਵਾਲੀ ਪਰਤ ਗਾਂ ਕਿਸੇ ਨੂੰ ਕਿਰਿਆ ਨਹੀਂ ਕਰਨ ਦਿੰਦੀ। ਮਤਲਬ ਇਹ ਉਹਦੇ ਤੋਂ ਵੀ ਚੰਗਾ ਹੋ ਗਿਆ। ਐਲੂਮੀਨੀਅਮ ਤਾਂ ਸੀਗਾ ਕਿ ਉਹਨੇ ਕਿਸੇ ਨਾ ਕਿਰਿਆ ਕਰਦੇ ਹੀ ਰਹਿਣਾ ਸੀ, ਉਹ ਬਹੁਤ ਕਿਰਿਆਸ਼ੀਲ ਸੀ, ਪਰ ਜਿਹੜੀ ਹੁਣ ਆ ਪਰਤ ਬਣ ਗਈ ਇਹ ਅਕਿਰਿਆਸ਼ੀਲ ਹੈ। ਇਸ ਲਈ ਅਸੀਂ ਇਹਦੀ ਵਰਤੋਂ ਹੈ ਜਿਹੜੀ ਖਾਣਾ ਬਣਾਉਣ ਵਾਲੇ ਬਰਤਨਾਂ ਲਈ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਕੀ ਹੋਊਗਾ, ਦੁਬਾਰਾ ਉਹਨੇ ਕਿਸੇ ਨਾਲ ਕਿਰਿਆ ਨਹੀਂ ਕਰਨੀ, ਤਾਂ ਉਹ ਸਾਡੇ ਲਈ ਲਾਹੇਵੰਦ ਹੈ ਖਾਣਾ ਬਣਾਉਣ ਲਈ। ਸਾਡਾ ਨੈਕਸਟ ਕੁਐਸਚਨ ਹੈ, ਮਨੁੱਖ ਦੀ ਜਿਹੜੀ ਪਾਚਨ ਪ੍ਰਣਾਲੀ ਆ ਉਹਦਾ ਚਿੱਤਰ ਬਣਾਉਣਾ ਹੈ। ਤਾਂ ਇਹ ਜਿਹੜਾ ਚਿੱਤਰ, ਜਦੋਂ ਵੀ ਅਸੀਂ ਕੋਈ ਚਿੱਤਰ ਬਣਾਉਣਾ ਹੁੰਦਾ ਤਾਂ ਤੁਸੀਂ ਇਹ ਦੇਖਣਾ ਹੈ ਵੀ ਕਿਵੇਂ ਇਹ ਸਾਰੀ ਪ੍ਰਣਾਲੀ ਕੰਮ ਕਰਦੀ ਹੈ। ਫਿਰ ਤੁਹਾਡਾ ਜਿਹੜਾ ਡਾਇਗਰਾਮ ਬਣੂਗਾ ਉਹ ਬਹੁਤ ਈਜ਼ੀ ਬਣੂਗਾ। ਤਾਂ ਜਿਹੜੀ ਪਾਚਨ ਪ੍ਰਣਾਲੀ ਉਹਦੇ ਬਾਰੇ ਸਾਨੂੰ ਪਤਾ ਹੋਵੇ। ਸਭ ਤੋਂ ਪਹਿਲਾਂ ਜਿਹੜਾ ਸਾਡਾ ਭੋਜਨ ਹੈ ਉਹ ਦੰਦਾਂ ਰਾਹੀਂ ਸਾਡੇ ਮੂੰਹ ਵਿੱਚ ਜਾਂਦਾ। ਫਿਰ ਜੀਭ ਦੇ ਉੱਤੇ ਇੱਕ ਸਲੀਵਾ ਬਣਦਾ ਜਿਹੜਾ ਕਿ ਭੋਜਨ ਨੂੰ ਗਿੱਲਾ ਕਰ ਦਿੰਦਾ। ਤਾਂ ਗਿੱਲਾ ਹੋਣ ਨਾਲ ਭੋਜਨ ਅੱਗੇ ਭੋਜਨ ਨਲੀ ਵਿੱਚ ਜਾਂਦਾ। ਉਸ ਤੋਂ ਬਾਅਦ ਉਹ ਜਾਂਦਾ ਮਿਹਦੇ ਵਿੱਚ, ਜਿੱਥੇ ਕਿ ਪਾਚਨ ਕਿਰਿਆ ਸ਼ੁਰੂ ਹੁੰਦੀ ਹੈ। ਮਿਹਦੇ ਵਿੱਚ ਇੱਕ ਤੇਜ਼ਾਬ ਬਣਦਾ, ਹਾਈਡਰੋਕਲੋਰਿਕ ਤੇਜ਼ਾਬ। ਤਾਂ ਉਸ ਤੇਜ਼ਾਬ ਦੇ ਕਰਕੇ ਕੁਛ ਜਿਹੜੇ ਜਰਮਸ ਹੈ, ਹਾਰਮਫੁੱਲ, ਹਾਨੀਕਾਰਕ ਜਿਹੜੇ ਕੀਟਾਣੂ ਹੈ ਉਹ ਖਤਮ ਹੋ ਜਾਂਦੇ ਹੈ। ਉਸ ਤੋਂ ਬਾਅਦ ਜਿਹੜਾ ਭੋਜਨ ਹੈ ਉਹ ਚਲਾ ਜਾਂਦਾ ਛੋਟੀ ਆਂਦਰ ਦੇ ਵਿੱਚ। ਛੋਟੀ ਆਂਦਰ ਦਾ ਆਪਾਂ ਇੱਕ ਕੱਲ੍ਹ ਵੀ ਕੁਐਸਚਨ ਕੀਤਾ ਸੀ ਕਿ ਉਹਦੇ 'ਚ ਇੱਕ ਉਂਗਲ ਵਰਗੀ ਜਿਹੜੀ ਰਚਨਾ ਹੁੰਦੀ ਹੈ, ਵਿਲਾਈ ਜਿਹਦਾ ਨਾਮ ਹੈ, ਉਹ ਕੀ ਕਰਦੀ ਹੈ, ਖੇਤਰਫਲ ਵਿੱਚ ਵਾਧਾ ਕਰ ਦਿੰਦੀ ਹੈ, ਤਾਂ ਕਰਕੇ ਕਿ ਭੋਜਨ ਹੋਰ ਜ਼ਿਆਦਾ ਜਜ਼ਬ ਹੋ ਸਕੇ, ਐਬਜ਼ੋਰਬ ਹੋ ਸਕੇ। ਮਿਹਦੇ ਤੋਂ ਬਾਅਦ ਭੋਜਨ ਚਲਾ ਜਾਊਗਾ ਛੋਟੀ ਆਂਦਰ 'ਚ, ਜਿੱਥੇ ਸਾਰੀ ਪਾਚਨ ਪ੍ਰਕਿਰਿਆ ਜਿਹੜੀ ਉਹ ਪੂਰੀ ਹੋ ਜੂਗੀ। ਕੁਝ ਇਹੋ ਜਿਹੇ ਐਂਜ਼ਾਈਮ ਵੀ ਉੱਥੇ ਬਣਨਗੇ ਜਿਹੜੇ ਕਿ ਸਾਡੇ ਜਿਵੇਂ ਵਸਾ ਹੋ ਗਿਆ, ਪ੍ਰੋਟੀਨ ਹੋ ਗਿਆ, ਅਲੱਗ-ਅਲੱਗ ਚੀਜ਼ਾਂ ਨੂੰ ਪਚਾਉਣ 'ਚ ਸਾਡੀ ਸਹਾਇਤਾ ਕਰਨਗੇ। ਉਸ ਤੋਂ ਬਾਅਦ ਜਿਹੜਾ ਵੇਸਟ ਇਕੱਠਾ ਹੋ ਜਾਊਗਾ ਉਹ ਚਲਾ ਜਾਊਗਾ ਵੱਡੀ ਆਂਦਰ ਦੇ ਵਿੱਚ। ਤਾਂ ਜਿਹੜੀ ਵੱਡੀ ਆਂਦਰ ਹੈ ਉਹ ਅੱਗੇ ਕਿਡਨੀਜ਼ ਨਾਲ ਜੁੜੀ ਹੁੰਦੀ ਹੈ, ਫੇਫੜੇ ਆਪਣੀਆਂ ਕਿਡਨੀਆਂ ਨਾਲ ਜੁੜੀ ਹੁੰਦੀ ਹੈ। ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਜਿਹੜੇ ਦੋਵੇਂ ਚੀਜ਼ਾਂ ਰਲ ਕੇ ਜਿਹੜਾ ਯੂਰਿਨ ਹੈ ਜਾਂ ਹੋਰ ਜਿਹੜਾ ਸੋਲਿਡ ਵੇਸਟ ਹੈ ਉਹਨੂੰ ਸਾਡੇ ਸਰੀਰ 'ਚੋਂ ਵੀ ਇਕੱਠਾ ਕਰਨ ਦੇ ਵਿੱਚ ਹੈਲਪ ਕਰਦੇ ਆ। ਤਾਂ ਇਸ ਤਰੀਕੇ ਨਾਲ ਜਿਹੜੀ ਪੂਰੀ ਪਾਚਨ ਪ੍ਰਕਿਰਿਆ ਉਹ ਪੂਰੀ ਹੋ ਜਾਂਦੀ ਹੈ। ਹਾਂਜੀ, ਸਾਡਾ ਨੈਕਸਟ ਕੁਐਸਚਨ ਹੈ ਕਿ ਨੈਫਰੋਨ ਦੀ ਰਚਨਾ ਅਤੇ ਕਾਰਜ ਵਿਧੀ ਦੱਸੋ। ਜਿਹੜੇ ਨੈਫਰੋਨ ਹੈ ਇਹ ਗੁਰਦੇ ਵਿੱਚ ਹੁੰਦੇ ਆ, ਮਤਲਬ ਕਿਡਨੀ ਵਿੱਚ ਹੁੰਦੇ ਆ। ਇਹ ਫਿਲਟਰੀਕਰਨ ਦਾ ਕੰਮ ਕਰਦੇ। ਜਿਵੇਂ ਜਿਹੜੀ ਵੱਡੀ ਆਂਦਰ ਸੀ ਉਹਦੇ ਤੋਂ ਉਹ ਸਾਰਾ ਜਿਹੜਾ ਵੇਸਟ ਹੈ ਇਕੱਠਾ ਹੋ ਗਿਆ, ਹੁਣ ਅੱਗੇ ਉਹਨੇ ਜਾਣਾ ਕਿਡਨੀ ਕੋਲੇ, ਆਪਣੇ ਜਿਹੜੇ ਗੁਰਦੇ ਆ ਉਹਨਾਂ ਕੋਲੇ। ਤਾਂ ਨੈਫਰੋਨ ਦੀ ਰਚਨਾ ਕਿਵੇਂ ਕੀਤੀ ਜਾਂਦੀ ਹੈ? ਨੈਫਰੋਨ ਦੇ ਵਿੱਚ ਅਲੱਗ-ਅਲੱਗ ਫਿਲਟਰੀਕਰਨ ਇਕਾਈਆਂ ਲੱਗੀਆਂ ਹੋਈਆਂ। ਪੂਰਾ ਕੰਮ ਇਹਦਾ ਫਿਲਟਰੀਕਰਨ ਦਾ ਕਿ ਕਿਵੇਂ ਜਿਹੜਾ ਯੂਰਿਨ ਹੈ ਉਹ ਇਕੱਠਾ ਕੀਤਾ ਜਾਵੇ। ਤਾਂ ਫਿਲਟਰੀਕਰਨ ਦੇ ਵਿੱਚ ਇਹਦੇ 'ਚ ਯੂਰਿਕ ਐਸਿਡ, ਯੂਰੀਆ, ਇਹ ਸਾਰੀਆਂ ਚੀਜ਼ਾਂ ਫਿਲਟਰ ਹੁੰਦੀਆਂ। ਇੱਕ ਇਹਦੇ 'ਚ ਹੁੰਦਾ ਗਲੋਮਰਸ ਜਿਹੜਾ ਕਿ ਇਹਦੀ ਹੈਲਪ ਕਰਦਾ ਹੈ ਕਰਨ ਲਈ, ਅਤੇ ਇੱਕ ਹੁੰਦਾ ਬੋਮੈਨ ਕੈਪਸੂਲ। ਇਹ ਦੋਵੇਂ ਮੇਨ ਹਿੱਸੇ ਆ ਨੈਫਰੋਨ ਦੇ। ਇਹਨਾਂ ਦੋਵਾਂ ਨੇ ਫਿਲਟਰੀਕਰਨ ਦੀ ਵਿੱਚ ਇਹਦੀ ਸਹਾਇਤਾ ਕਰਨੀ ਹੈ। ਇੱਕ ਵਾਰ ਫਿਲਟਰ ਹੋਣ ਤੋਂ ਬਾਅਦ ਦੁਬਾਰਾ ਫਿਰ ਸੋਖਿਆ ਜਾਂਦਾ ਵੀ ਕਿਤੇ ਇਹਦੇ ਵਿੱਚ ਜਿਹੜਾ ਅਸੀਂ ਵੇਸਟ ਕੱਢਿਆ ਇਹ 'ਚ ਕੁਝ ਲਾਹੇਵੰਦ ਚੀਜ਼ਾਂ ਤਾਂ ਨਹੀਂ ਜਿਹੜੀਆਂ ਸਾਡੇ ਸਰੀਰ ਲਈ ਜ਼ਰੂਰੀ ਹੈ, ਤਾਂ ਉਹ ਵਾਪਸ ਚਲੀਆਂ ਜਾਂਦੀਆਂ। ਫਿਰ ਲਾਸਟ 'ਤੇ 3 ਵਾਰ ਇੱਕ ਹਿਸਾਬ ਦਾ ਕੀਤਾ ਜਾਂਦਾ ਫਿਲਟਰ। ਤਾਂ ਲਾਸਟ 'ਤੇ ਜੇਕਰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਚੁੱਕਿਆ ਹੈ ਯੂਰਿਨ ਦੇ ਵਿੱਚ, ਤਾਂ ਉਹ ਫਿਰ ਜਿਹੜੀਆਂ ਮਤਲਬ ਵਹਿਣੀ ਹੈ ਉਹ ਦੁਬਾਰਾ ਫਿਰ ਉਹਨੂੰ ਸੋਖ ਲੈਣਗੀਆਂ ਉਸ ਪਾਣੀ ਨੂੰ। ਤਾਂ ਹਰੇਕ ਗੁਰਦੇ ਦੇ ਵਿੱਚੋਂ ਜਿਹੜਾ ਵੀ ਵੇਸਟ ਦੀ ਜਿਹੜੀ ਹੈਗੀ ਹੈ ਯੂਰਿਨ, ਜਿੰਨਾ ਵੀ ਯੂਰਿਨ ਹੋਊਗਾ ਹਰੇਕ ਗੁਰਦੇ ਦੇ ਵਿੱਚੋਂ ਇਕੱਠਾ ਹੋ ਕੇ ਫਿਰ ਇੱਕ ਅਲੱਗ ਨਾਲੀ ਹੋਊਗੀ ਉਹਦੇ ਵਿੱਚ ਇਕੱਠਾ ਹੋ ਜਾਊਗਾ। ਤਾਂ ਜਿੰਨਾ ਵੀ ਪਹਿਲਾਂ ਅਬਜ਼ੋਰਬ ਹੋ ਸਕਦਾ ਸੀ, ਜਿੰਨਾ ਵੀ ਫਿਲਟਰ ਹੋ ਸਕਦਾ ਸੀ, ਉਹ ਸਾਰਾ ਕੰਮ ਨੈਫਰੋਨ ਨੇ ਦੇਖਣਾ। ਉਸ ਤੋਂ ਬਾਅਦ ਜਿਹੜਾ ਵੇਸਟ ਹੈ ਉਹ ਅੱਗੇ ਚਲਾ ਜਾਊਗਾ। ਤਾਂ ਇਹਦੀ ਜਿਹੜੀ ਰਚਨਾ ਹੈ ਇਹ ਥੋੜ੍ਹਾ ਜਿਹਾ ਡਿਫੀਕਲਟ ਹੈ ਡਾਇਗਰਾਮ। ਤਾਂ ਤੁਸੀਂ ਹੋਰ ਵੀ 2-3 ਡਾਇਗਰਾਮਸ ਹੈਗੇ ਨੈੱਟ 'ਤੇ ਅਵੇਲੇਬਲ ਹੈ, ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਡਾਇਗਰਾਮ